ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਵਿਜ਼ਨ 1469। ਮੈਂ ਹਾਂ ਗੁਰਦੇਵ ਸਿੰਘ। ਅੱਜ ਅਸੀਂ ਗੱਲ ਕਰਾਂਗੇ ਜੂਨ 1984 ਦੇ ਘੱਲੂਘਾਰੇ ਦੀ। ਜੂਨ 1984 ਦੇ ਘੱਲੂਘਾਰਾ ਜਿਹੜਾ ਹੈ 6 ਜੂਨ 1984 ਨੂੰ ਵਾਪਰਿਆ ਸੀ ਤੇ ਇਸ ਘੱਲੂਘਾਰੇ ਦਾ ਜਿਹੜਾ ਸਾਰੇ ਘਟਨਾਕ੍ਰਮ ਚੱਲਦੇ ਨੇ ਉਹ 1 ਜੂਨ 1984 ਨੂੰ ਸ਼ੁਰੂ ਹੁੰਦਾ ਹੈ। ਅੱਜ 1 ਜੂਨ ਦਾ ਦਿਨ ਹੈ ਤੇ ਅੱਜ ਤੋਂ 36 ਸਾਲ ਪਹਿਲਾਂ ਜਿਹੜੀ ਗੱਲ ਹੋਈ ਉਹਦੇ ਬਾਰੇ ਅਸੀਂ ਦੇਖਾਂਗੇ ਕਿ ਸੀ ਸ਼੍ਰੀ ਅੰਮ੍ਰਿਤਸਰ ਦਾ ਮਾਹੌਲ, ਕੀ ਸੀ ਪੰਜਾਬ ਦਾ ਮਾਹੌਲ, ਕੀ ਸੀ ਭਾਰਤੀ ਸੈਨਾ ਜਿਹੜੀ ਸੀ ਫੌਜ ਸੀ ਉੱਥੇ ਪਹੁੰਚੀ ਹੋਈ, ਉਹਨਾਂ ਦੀ ਕਿਹੋ ਜਿਹੀ ਤਿਆਰੀ ਸੀ, ਉਹ ਕਿਵੇਂ ਦਾ ਇਸ ਚੀਜ਼ ਨੂੰ ਦੇਖ ਰਹੇ ਸੀ ਕਿ ਉਹਨਾਂ ਨੇ ਪਹਿਲੇ ਦਿਨ ਦੀ ਉਹਨਾਂ ਦੀ ਕਿਹੋ ਜਿਹੀ ਤਿਆਰੀ ਸੀ, ਕੀ ਸੀ ਉਧਰ ਸਿੰਘਾਂ ਦੀ ਤਿਆਰੀ। ਜੇ ਭਾਰਤੀ ਫੌਜ ਦੀ ਗੱਲ ਕਰੀਏ ਉਹਨਾਂ ਦੇ ਹੌਸਲੇ ਮਤਲਬ ਬੁਲੰਦੀਆਂ ਤੇ ਸੀ। ਉਹਨਾਂ ਦਾ ਆਧੁਨਿਕ ਹਥਿਆਰ, ਟੈਂਕ, ਹਵਾਈ ਸੈਨਾ, ਥਲ ਸੈਨਾ ਸਾਰਾ ਕੁਝ ਜਿਹੜੀ ਹੈ ਫੌਜ ਦੇ ਕੋਲ ਉਪਲਬਧ ਸੀ ਤੇ ਵੱਡੇ ਵੱਡੇ ਕਰਨਲ ਜਨਰਲ ਜਿਨ੍ਹਾਂ ਕੋਲ ਬੜਾ ਲੰਮਾ ਐਕਸਪੀਰੀਅੰਸ ਸੀ ਤੇ ਇਸ ਦੇ ਨਾਲ ਆਧੁਨਿਕ ਹਥਿਆਰਾਂ ਦੇ ਨਾਲ ਨਾਲ ਉਹਨਾਂ ਕੋਲ ਤਜਰਬਾ ਸੀ, ਟੈਂਕ ਸੀ, ਬਖਤਰਬੰਦ ਗੱਡੀਆਂ, ਹੋਰ ਬੜਾ ਕੁਛ ਇਸ ਲਹਿਜੇ ਨਾਲ ਪੂਰੀ ਆਪਣੇ ਵੱਲੋਂ ਕੰਪਲੀਟ ਸੀ ਭਾਰਤੀ ਫੌਜ ਦੀ ਇੱਕ ਪਾਸਾ ਜਿਹੜਾ ਜੇ ਆਪਾਂ ਦੇਖੀਏ। ਜੇ ਦੂਸਰੇ ਪਾਸੇ ਜੇ ਗੱਲ ਕਰੀਏ, ਦੂਸਰੇ ਪਾਸੇ ਜਿਹੜੇ ਸਿੰਘਾਂ ਦੀ ਤਿਆਰੀ ਸੀ ਜੋ ਆਪਾਂ ਨੂੰ ਸਾਨੂੰ ਸਰੋਤਾਂ 'ਚੋਂ ਮਿਲਦਾ ਹੈ, ਉਹਨਾਂ ਕੋਲ ਜਿਹੜਾ ਹੈ ਪਰੰਪਰਾਗਤ ਜਿਹੜੇ ਹਥਿਆਰ ਦੇ ਨਾਲ ਨਾਲ ਕੁਝ ਆਧੁਨਿਕ ਹਥਿਆਰ, ਕੇਵਲ ਕੁਝ ਕੁ ਸਿੱਖਾਂ ਦਾ ਸਾਥ ਉਹਨਾਂ ਦੇ ਨਾਲ, ਹਥਿਆਰਾਂ ਦੀ ਕੋਈ ਸਪਲਾਈ ਲਾਈਨ ਨਹੀਂ, ਕੋਈ ਐਕਸਪੀਰੀਅੰਸ ਨਹੀਂ, ਬਸ ਜਜ਼ਬਾ ਹੀ। ਅਤੇ ਜੇ ਆਪਾਂ ਗੱਲ ਕਰੀਏ ਉਹਨਾਂ ਕੋਲ ਹੋਰ ਕੀ ਸੀ, ਉਹਨਾਂ ਕੋਲ ਸਿਰਫ ਆਪਣਾ ਇੱਕ ਇਤਿਹਾਸ ਸੀ ਜਿਹੜਾ ਕੁਰਬਾਨੀਆਂ ਭਰਿਆ, ਜਿਹੜਾ ਉਹਨਾਂ ਦਾ ਮੇਨ ਜਜ਼ਬਾ ਸੀ ਤੇ ਗੁਰੂ ਤੇ ਓਟ ਆਸਰਾ। ਤੇ ਪਤਾ ਸੀ ਉਹਨਾਂ ਨੂੰ ਵੀ ਅਸੀਂ ਐਡੀ ਵੱਡੀ ਫੌਜ ਦੇ ਖਿਲਾਫ ਲੜ ਰਹੇ ਹਾਂ। ਭਾਰਤ ਸਰਕਾਰ ਉਹ ਫੌਜ ਜਿਹੜੀ ਦੁਨੀਆ ਦੀ ਤੀਜੀ ਵੱਡੀ ਫੌਜ ਮੰਨੀ ਜਾਂਦੀ ਸੀ, ਐਡੀ ਵੱਡੀ ਫੌਜ ਦੇ ਖਿਲਾਫ ਉਹ ਖੜੇ ਸੀ। ਪਰ ਉਹਨਾਂ ਨੂੰ ਪਤਾ ਸੀ ਵੀ ਅਸੀਂ ਜਿੱਤ ਨਹੀਂ ਸਕਦੇ, ਪਰ ਇਹ ਹੈ ਵੀ ਉਹਨਾਂ ਦਾ ਜਜ਼ਬਾ ਸੀ, ਉਹਨਾਂ ਨੇ ਸਰੈਂਡਰ ਨਹੀਂ ਕੀਤਾ ਤੇ ਆਪਣੀ ਅਣਖ ਜਿਹੜਾ ਉਹਨਾਂ ਦਾ ਜਿਹੜਾ ਸਿੱਖਿਆ ਸੀ ਸਿੱਖ ਇਤਿਹਾਸ ਦੇ ਵਿੱਚ, ਉਹਨਾਂ ਨੇ ਕੁਰਬਾਨੀਆਂ ਦੇ ਇਤਿਹਾਸ ਜਿਹੜੇ ਪੜ੍ਹੇ ਸੀ ਉਹਨਾਂ ਨੇ ਦੁਬਾਰਾ ਉੱਥੇ ਰਿਵਾਈਜ਼ ਕੀਤਾ ਤੇ ਉਹਨਾਂ ਨੇ ਗੋਡੇ ਨਹੀਂ ਟੇਕੇ ਤੇ ਸ਼ਹੀਦੀਆਂ ਪਾ ਗਏ। ਜੇ ਅਸੀਂ ਜਨਰਲ ਕੁਲਦੀਪ ਬਰਾੜ ਦੀ ਗੱਲ ਕਰੀਏ ਤਾਂ ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਵੀ ਸਾਡੀ ਜਿਹੜੀ CID ਸੀ ਉਹ ਅੰਦਰ ਜਿਹੜੀ ਫੌਜ ਸਿੱਖ ਸੀ ਉਹ 300 ਤੋਂ ਲੈ ਕੇ 500 ਤੱਕ ਉਹਨਾਂ ਦੀ ਗਿਣਤੀ ਸੀ ਜਿਹੜੇ ਕਿ ਫੌਜ ਦੇ ਖਿਲਾਫ ਲੜਨ ਲਈ ਤਿਆਰ ਅਤੇ ਉਹਨਾਂ ਦੀ ਜਿਹੜੀ ਤਿਆਰੀ ਸੀ। ਜੇ ਅਸੀਂ ਗੱਲ ਕਰੀਏ ਵੀ ਇਹ ਹਮਲਾ ਕਿਉਂ ਕਰਨਾ ਪਿਆ, ਫੌਜ ਨੂੰ ਕਿਉਂ ਬੁਲਾਉਣਾ ਪਿਆ, ਇਹਦੇ ਲਈ ਕੁਲਦੀਪ ਸਿੰਘ ਬਰਾੜ ਆਪਣੀ ਕਿਤਾਬ ਦੇ ਵਿੱਚ ਹੀ ਲਿਖਦੇ ਹਨ। ਉਹ ਲੋਕਾਂ ਨੂੰ ਆਪਣੇ ਮਗਰ ਲਾਉਣ ਵਿੱਚ ਸਫਲ ਹੋ ਗਿਆ। ਉਹ ਯਾਨੀ ਕਿ ਸੰਤ ਜਰਨੈਲ ਸਿੰਘ ਲੋਕੀ ਵੀ ਕਾਨੂੰਨ ਦਾ ਸਹਾਰਾ ਲੈਣ ਦੀ ਥਾਂ ਭਿੰਡਰਾਂ ਵਾਲੇ ਕੋਲ ਆਪਣਾ ਫੈਸਲਾ ਲੈਣ ਨੂੰ ਤਰਜੀਹ ਦੇਣ ਲੱਗੇ। ਇੱਧਰ ਕਈ ਸਾਲਾਂ ਅਦਾਲਤਾਂ ਵਿੱਚ ਲਟਕਦੇ ਕੇਸ ਭਿੰਡਰਾਂ ਵਾਲੇ ਕੋਲ ਸਿਰਫ ਕੁਝ ਘੰਟਿਆਂ ਵਿੱਚ ਹੀ ਨਿਪਟਣ ਲੱਗੇ ਸਨ। ਪੰਜਾਬ ਦੇ ਥਾਣੇ ਅਤੇ ਅਦਾਲਤਾਂ ਖਾਲੀ ਹੋਣ ਲੱਗੀਆਂ, ਜਿਸ ਕਰਕੇ ਭਿੰਡਰਾਂ ਵਾਲੇ ਉਸ ਉਚਾਈ ਤੇ ਜਾ ਬੈਠੇ ਜਿਸ ਉਚਾਈ ਤੇ ਬੈਠਣ ਲਈ ਭਾਰਤ ਦੇ ਲੀਡਰ ਦਿਨ ਰਾਤ ਤਰਲੋ ਮੱਛੀ ਹੁੰਦੇ ਰਹਿੰਦੇ ਸਨ। ਅਖੀਰ ਲੋਕਾਂ ਵਿੱਚ ਇੰਨੇ ਹਰਮਨ ਪਿਆਰੇ ਹੋਣ ਵਾਲੇ ਨੂੰ ਥੱਲੇ ਲਾਉਣਾ ਸਰਕਾਰ ਲਈ ਜ਼ਰੂਰੀ ਬਣ ਗਿਆ ਸੀ, ਜਿਸ ਕਾਰਨ ਸਾਨੂੰ ਬਲੂ ਸਟਾਰ ਆਪਰੇਸ਼ਨ ਕਰਨਾ ਪਿਆ। ਉਹ ਲਿਖਦੇ ਨੇ ਵੀ ਸਾਨੂੰ ਉਹਨੂੰ ਥੱਲੇ ਲਾਉਣ ਵਾਸਤੇ, ਯਾਨੀ ਕਿ ਸਰਕਾਰ ਨੂੰ ਉਹਨੂੰ ਥੱਲੇ ਲਾਉਣ ਵਾਸਤੇ, ਉਹਦੀ ਲੋਕਪ੍ਰਿਯਤਾ ਨੂੰ ਖਤਮ ਕਰਨ ਵਾਸਤੇ ਇਹ ਬਲੂ ਸਟਾਰ ਆਪਰੇਸ਼ਨ ਕਰਨਾ ਪਿਆ। ਉਹ ਇਸ ਤਰ੍ਹਾਂ ਬਿਆਨ ਕਰਦੇ ਜਦੋਂ ਕਿ ਸਿੱਖਾਂ ਦੇ ਵਿੱਚ ਇਹ ਧਾਰਨਾ ਹੈ ਕਿ ਇਹ ਜਿਹੜਾ ਸਾਰਾ ਘੱਲੂਘਾਰਾ ਕੀਤਾ ਗਿਆ ਸਰਕਾਰ ਦੀ ਇੱਕ ਮਨਸ਼ਾ ਸੀ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਏ, ਸਿੱਖਾਂ ਨੂੰ ਦੀ ਜਿਹੜੀ ਨਸਲ ਕੁਸ਼ੀ ਕੀਤੀ ਜਾਏ, ਸਿੱਖਾਂ ਨੂੰ ਮੁਕਾਇਆ ਜਾਵੇ। ਇੱਦਾਂ ਦੀ ਜਿਹੜੀ ਇਹ ਧਾਰਨਾ ਸਿੱਖਾਂ ਦੇ ਵਿੱਚ ਹੈ, ਕਿਉਂਕਿ 1947 ਤੋਂ ਜਿਹੜੇ ਸਿੱਖਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਜਿਹੜੇ ਪੂਰੇ ਨਹੀਂ ਹੋਏ ਤੇ ਉਹਨਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੋਰਚੇ ਲੱਗੇ ਆਉਂਦੇ ਰਹੇ ਸੀ ਤੇ ਉਹ ਹੀ ਇਸ ਦਾ ਰੂਪ ਧਾਰਨ ਕਰ ਗਏ ਤੇ ਵਾਰ-ਵਾਰ ਸਿੱਖਾਂ ਵੱਲੋਂ ਲਾਈ ਮੋਰਚਿਆਂ ਤੋਂ ਸਰਕਾਰ ਜਿਹੜੀ ਖਫਾ ਸੀ ਤੇ ਉਹ ਇੱਧਰ ਸੰਤ ਭਿੰਡਰਾਂ ਵਾਲੇ ਦੀ ਇੰਨੀ ਹਰਮਨ ਪਿਆਰਤਾ ਜਿਹੜੀ ਵੱਧ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਸਰਕਾਰ ਨੂੰ ਤਾਂ ਹੈ ਹੀ ਹੈ ਸੀ ਤੇ ਦੂਸਰਾ ਜਿਹੜੇ ਲੀਡਰ ਸੀ, ਜਿਹੜੇ ਸਿੱਖਾਂ ਦੇ ਸਰੂਪ ਦੇ ਵਿੱਚ ਲੀਡਰ ਬਣੇ ਹੋਏ ਸੀ, ਜਿਹੜੇ ਸਾਡੇ ਲੀਡਰ ਸੀ, ਉਹ ਵੀ ਉਹਨਾਂ ਨੂੰ ਵੀ ਇਹ ਕਿਤੇ ਨਾ ਕਿਤੇ ਚੁਭਦਾ ਸੀ ਤੇ ਉਹ
ਬਾਹਰੋਂ ਕੁਛ ਸੀ ਤੇ ਅੰਦਰੋਂ ਕੁਛ ਸੀ। ਸੋ ਇਹ ਸਾਰੇ ਕਾਰਨ ਜਿਹੜੇ ਦਿਖਦੇ ਨੇ, ਜਿਹੜੇ 1984 ਤੇ ਇਸ ਘਟਨਾਕ੍ਰਮ ਤੱਕ ਲੈ ਕੇ ਚਲੇ ਜਾਂਦੇ ਨੇ। ਉਸ ਘੱਲੂਘਾਰੇ ਦਾ ਜਿਹੜਾ ਪਿਛੋਕੜ ਬਣਦਾ ਹੈ। ਬਰਾੜ ਜਿਹੜਾ ਹੈ, ਕੁਲਦੀਪ ਸਿੰਘ ਬਰਾੜ, ਆਪਣੀ ਕਿਤਾਬ 'ਚ ਲਿਖਦਾ ਹੈ, ਕਹਿੰਦਾ ਵੀ ਮੈਂ ਆਪਣੀ ਨੋਟਬੁੱਕ ਵਿੱਚ ਜਿਵੇਂ ਜਿਵੇਂ ਸੁਣਿਆ ਉਸ ਤਰ੍ਹਾਂ ਹੀ ਲਿਖ ਦਿੱਤਾ। ਉਹਨਾਂ ਵੀ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਕੀਤੀਆਂ। ਉਹਨੇ ਕਈ ਘਟਨਾਵਾਂ ਐਸੀਆਂ ਵੀ ਗੱਲ ਕੀਤੀ ਹੈ ਜਿਹਦੇ ਨਾਲ ਵੀ ਲੋਕ ਸੰਤ ਭਿੰਡਰਾਂ ਵਾਲਿਆਂ ਨੂੰ ਰੱਬੀ ਰੂਹ ਮੰਨਦੇ ਸਨ, ਕਿਉਂਕਿ ਉਹਨਾਂ ਦੇ ਕਈ ਬਚਨ ਜਿਹੜੇ ਹੈ ਉਹ ਕਹਿੰਦਾ ਵੀ ਕੁਦਰਤੀ ਜਿਹੜੀਆਂ ਉਹ ਘਟਨਾਵਾਂ ਸੰਪੂਰਨ ਹੋ ਜਾਂਦੀਆਂ ਸੀ, ਪੂਰਨ ਹੋ ਜਾਂਦੇ, ਤੇ ਉਹ ਜਿਹੜੇ ਰੱਬ ਹੀ ਮੰਨਣ ਲੱਗ ਪਏ ਸੀ ਉਹਨਾਂ ਨੂੰ। ਜਿਵੇਂ ਉਹਨਾਂ ਨੇ ਬਾਰੂਮਲ ਦੀ ਇੱਕ ਕਹਾਣੀ ਲਿਖੀ ਹੈ ਇਹਦੇ 'ਚ, ਤੇ ਹੋਰ ਵੀ ਕਈ ਕਹਾਣੀਆਂ ਉਹਨਾਂ ਨੇ ਲਿਖੀਆਂ। ਬਾਰੂਮਲ ਦੀ ਕਹਾਣੀ ਦੀ ਅਸੀਂ ਵੀਡੀਓ ਵੀ ਬਣਾਈ ਹੈ, ਉਹ ਤੁਸੀਂ ਜ਼ਰੂਰ ਦੇਖੋ ਕਿ ਉਹ ਲਿਖਦਾ ਹੈ। ਫੌਜ ਨੂੰ ਇਹ ਸਾਰੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਉਹ ਲਿਖਦਾ ਹੈ ਵੀ ਸਰਕਾਰ ਨੇ ਪਹਿਲਾਂ ਪੰਜਾਬ ਪੁਲਿਸ ਕੋਲ, ਫਿਰ CRP ਕੋਲ, ਫਿਰ BSF ਕੋਲ ਇਹ ਪਹੁੰਚ ਕੀਤੀ। ਉਹਨਾਂ ਨੂੰ ਇਹ ਕਾਰਵਾਈ ਕਰਨ ਲਈ ਕਿਹਾ, ਪਰ ਸਾਰਿਆਂ ਨੇ ਕੋਈ ਨਾ ਕੋਈ ਬਹਾਨਾ ਲਾ ਕੇ ਜਾਂ ਕੋਈ ਨਾ ਕੋਈ ਆਪਣੀ ਅਸਮਰਥਾ ਦਿਖਾ ਕੇ ਇਸ ਤੋਂ ਆਪਣਾ ਨਾ ਕਰ ਦਿੱਤੀ। ਫਿਰ ਇਹ ਜਿਹੜੀ ਗੱਲ ਹੈ ਫੌਜ ਦੇ ਕੋਲ ਚਲੇ ਜਾਂਦੀ ਹੈ, ਤੇ ਫੌਜ ਜਿਹੜੀ ਹੈ, ਫੌਜ ਦੇ ਵੀ ਕਈ ਮੁਖੀ ਜਿਹੜੇ ਕਹਿੰਦੇ ਨੇ, ਜਿੱਦਾਂ ਸਿਨਹਾ ਸੀ ਫੌਜ ਦਾ ਮੁਖੀ, ਤੇ ਇੱਕ ਦੋ ਮੁਖੀ ਹੋਰ ਸੀ ਜਿਹੜੇ, ਉਹਨਾਂ ਨੇ ਇਸ ਸਾਰੀ ਕਾਰਵਾਈ ਕਰਨ ਤੋਂ ਸਾਫ਼ ਨਾ ਕਰ ਦਿੱਤਾ ਸੀ। ਤੇ ਫਿਰ ਮੁੜ ਕੇ ਜਿਹੜੇ ਹੈ ਜਨਰਲ ਵੈਦਿਆ ਤੇ ਜਨਰਲ ਕੁਲਦੀਪ ਬਰਾੜ ਵਰਗੇ ਜਿਹੜੇ ਸੀ, ਇਹ ਸਾਰਿਆਂ ਨੂੰ ਆਪਣਾ ਇਸ ਕਾਰਵਾਈ ਲਈ ਜਿਹੜਾ ਮਨਾਇਆ ਗਿਆ ਜਾਂ ਕੀਤਾ ਗਿਆ, ਉਹਨਾਂ ਨੂੰ ਇਹ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ। ਤੇ ਫੌਜ ਨੇ ਆਪਣੀ ਤਿਆਰੀ ਕੀਤੀ, ਪਹਿਲਾਂ ਕਹਿੰਦੇ ਹਿਮਾਚਲ ਦੇ ਵਿੱਚ, ਤੇ ਫਿਰ ਹੈਦਰਾਬਾਦ ਦੇ ਵਿੱਚ ਇਹ ਪੂਰੀ ਤਿਆਰੀ ਪਲਾਨ ਕੀਤਾ ਗਿਆ। ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ, ਉੱਥੇ ਤਿਆਰੀ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਫਿਰ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਫੌਜ ਜਿਹੜੀ ਲਿਆਂਦੀ ਗਈ। ਫੌਜ ਦੀ ਜਦੋਂ ਗਿਣਤੀ ਦੱਸਦੇ ਨੇ ਵੀ 6 ਲੱਖ ਫੌਜ ਸੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਲਾਈ ਗਈ, ਤੇ ਲਗਭਗ 1,33,000 ਫੌਜ ਉਹ ਬਲੂ ਸਟਾਰ ਆਪਰੇਸ਼ਨ ਲਈ ਅੰਮ੍ਰਿਤਸਰ ਦੇ ਵਿੱਚ ਲਾਈ ਜਾਂਦੀ ਹੈ, ਤੇ 2 ਲੱਖ ਜਿਹੜੀ ਫੌਜ 25 ਕਿਲੋਮੀਟਰ ਦਾ ਘੇਰਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਦਾ ਉਹਦੇ ਵਿੱਚ ਰੱਖੀ ਜਾਂਦੀ ਹੈ। ਇਸ ਤਰ੍ਹਾਂ ਜਿਹੜੀ ਇਹ ਫੌਜ ਦੀ ਜਿਹੜੀ ਸਾਰੀ ਰੂਪ ਰੇਖਾ ਸੀ, ਸਾਰਾ ਉਹਨਾਂ ਦਾ ਰਣਨੀਤੀ ਸੀ, ਇੱਦਾਂ ਤਿਆਰ ਕੀਤੀ ਗਈ। 30 ਮਈ ਨੂੰ 1984 ਨੂੰ ਮੈਨੂੰ ਦਿੱਲੀ ਆਉਣ ਲਈ ਸੁਨੇਹਾ ਆਇਆ ਤੇ ਹਰਿਮੰਦਰ ਸਾਹਿਬ ਤੇ ਹਮਲੇ ਵਾਲੀ ਸਾਰੀ ਕਹਾਣੀ ਸੁਣਾਈ। ਅੱਗੇ ਲਿਖਦਾ ਹੈ ਵੀ ਜਦੋਂ ਮੈਂ ਦਿੱਲੀ ਪਹੁੰਚਿਆ, ਉੱਥੋਂ ਮੈਨੂੰ ਚੰਡੀਗੜ੍ਹ ਲਿਜਾਇਆ ਗਿਆ। ਸਾਡੇ ਅੱਗੇ ਜਨਰਲ ਵੈਦਿਆ, ਲੈਫਟੀਨੈਂਟ ਜਨਰਲ KS ਸੁੰਦਰਜੀਤ, ਰਣਜੀਤ ਦਿਆਲ ਅਤੇ ਸਾਰੇ ਸੀਨੀਅਰ ਅਫਸਰ ਸਨ। ਮੈਨੂੰ ਹਮਲੇ ਦਾ ਮਹੀਨਾ ਪਹਿਲਾਂ ਹੀ ਪਤਾ ਸੀ, ਜਦੋਂ ਦਾ ਹਿਮਾਚਲ ਅਤੇ ਹੈਦਰਾਬਾਦ ਵਿੱਚ ਸਿਖਲਾਈ ਚਲਾਈ ਜਾ ਰਹੀ ਸੀ। ਸਾਨੂੰ ਦੱਸਿਆ ਗਿਆ ਸੀ ਕਿ ਜੇਕਰ ਹਮਲਾ ਨਾ ਕੀਤਾ ਗਿਆ ਤਾਂ ਭਿੰਡਰਾਂਵਾਲੇ ਦੀ ਵੱਧਦੀ ਲੋਕਪ੍ਰਿਯਤਾ ਸਰਕਾਰ ਲਈ ਖਤਰਾ ਸਾਬਤ ਹੋਵੇਗੀ। ਭਿੰਡਰਾਂਵਾਲਾ ਆਪਣੇ ਧਰਮ ਦੀਆਂ ਮੰਗਾਂ ਲੈ ਕੇ ਅੜਿਆ ਬੈਠਾ ਹੈ। ਮੰਗਾਂ ਕਿਹੜੀਆਂ ਸਨ ਉਹ ਅਸੀਂ ਪਿੱਛੇ ਵੀਡੀਓ 'ਚ ਵੀ ਦੱਸਿਆ ਸੀ ਵੀ ਅਨੰਦਪੁਰ ਸਾਹਿਬ ਦਾ ਮਾਤਾ ਤੇ ਹੋਰ ਇਹਨਾਂ ਨੇ ਵੀ ਮੰਗਾਂ ਇਹਦੇ ਵਿੱਚ ਕਿਤਾਬ ਦੇ ਵਿੱਚ ਲਿਖੀਆਂ ਸੀ, ਤੇ ਇੱਕ ਮੋਰਚਾ ਜਿਹੜਾ ਲਾਇਆ ਸੀ ਉਹ ਸਾਰੀ ਅਸੀਂ ਪਿੱਛੇ ਇੱਕ ਵੀਡੀਓ ਬਣਾਈ ਹੈ, ਤੁਸੀਂ ਉਹ ਜ਼ਰੂਰ ਦੇਖੋ। ਤੇ ਉਹ ਅੱਗੇ ਲਿਖਦਾ ਕਿ ਜਦੋਂ ਕਿ RSS ਇਸ ਗੱਲ ਤੇ ਰੌਲਾ ਪਾ ਰਹੀ ਸੀ ਕਿ ਭਿੰਡਰਾਂਵਾਲਾ ਹਰੇਕ ਨੂੰ ਅੰਮ੍ਰਿਤ ਛਕਾ ਕੇ ਦੇਸ਼ ਲਈ ਖਤਰਾ ਪੈਦਾ ਕਰ ਰਿਹਾ ਹੈ। RSS ਦੇ ਇਹਨਾਂ ਬਿਆਨਾਂ ਨੇ ਇੰਦਰਾ ਗਾਂਧੀ ਨੂੰ ਹਮਲਾ ਕਰਨ ਲਈ ਮਜਬੂਰ ਕਰ ਦਿੱਤਾ, ਕਿਉਂਕਿ ਵਿਰੋਧੀ ਪਾਰਟੀ ਦਾ RSS ਨਾਲ ਸਮਰਥਨ ਹੋਣ ਕਰਕੇ ਇੰਦਰਾ ਗਾਂਧੀ ਲਈ ਮੁਸ਼ਕਲ ਬਣਦੀ ਜਾ ਰਹੀ ਸੀ। RSS ਦੱਖਣੀ ਰਾਜਾਂ ਵਿੱਚ, ਦੱਖਣ ਭਾਰਤ ਦੇ ਵਿੱਚ ਇਹ ਪ੍ਰਚਾਰ ਕਰ ਰਹੀ ਸੀ ਵੀ ਭਿੰਡਰਾਂਵਾਲਾ ਹਰੇਕ ਸਿੱਖ ਦੇ ਗਲ ਵਿੱਚ ਕਿਰਪਾਨ ਪਵਾ ਕੇ ਹਿੰਦੂਆਂ ਲਈ ਖਤਰਾ ਪੈਦਾ ਕਰਨ ਦੀ ਸਥਿਤੀ ਦਾ ਪ੍ਰਚਾਰ ਕਰ ਰਿਹਾ ਹੈ। ਸਾਨੂੰ ਵੈਦਿਆ ਜੀ ਵੱਲੋਂ 1 ਜੂਨ ਨੂੰ ਹਮਲੇ ਦੀ ਤਰਜੀਹ ਦਿੱਤੀ ਗਈ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਆਉਣੇ ਸਨ। ਇਹ ਦਿਨ ਤਾਂ ਚੁਣਿਆ ਗਿਆ, ਉਹ ਕਹਿੰਦਾ ਵੀ ਤਾਂ ਜੋ ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਜੋ ਅੱਗੇ ਤੋਂ ਬਾਗੀ ਨਾ ਹੋ ਸਕਣ। ਜਾਣੀ ਕਿ ਉਹ ਸਾਰੇ ਸਿੱਖਾਂ ਨੂੰ ਬਾਗੀ ਜਿਹੜੇ ਆਪਣੇ ਵੱਲੋਂ ਐਲਾਨ ਲਾਉਂਦੇ ਪਏ ਨੇ ਇੱਥੇ, ਵੀ ਜਿੰਨੇ ਵੀ ਉੱਥੇ ਜਾਣਗੇ ਉੱਥੇ ਸਾਰੇ ਸਿੱਖ ਹੀ ਥੋੜ੍ਹਾ ਜਾਣਗੇ, ਉੱਥੇ ਤਾਂ ਹਿੰਦੂ ਵੀ ਜਾਣਗੇ, ਉੱਥੇ ਤਾਂ ਹੋਰ ਵੀ ਕਈ ਕੌਮਾਂ ਦੇ ਲੋਕ ਜਾਂਦੇ ਨੇ। ਜਦੋਂ ਸਪੈਸ਼ਲ ਅੱਜ ਵੀ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਜਾਂ ਧਾਰਮਿਕ ਕੋਈ ਗੁਰਪੁਰਬ ਹੁੰਦਾ ਹੈ, ਤਾਂ ਫਿਰ ਇੱਕ ਕੇਵਲ ਸਿੱਖ ਹੀ ਨਹੀਂ, ਸਿੱਖਾਂ ਦੇ ਨਾਲ ਸਿੱਖੀ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹੋਰ ਸਾਰੇ ਹੀ ਜਾਂਦੇ ਨੇ। ਤਾਂ ਕਿੱਡੀ ਵੱਡੀ ਇਹ ਗੱਲ ਹੈ, ਉਹ ਆਪ ਲਿਖ ਰਿਹਾ ਵੀ ਸਿੱਖਾਂ ਨੂੰ ਸਬਕ ਸਿਖਾਉਣਾ। ਤੇ ਸਬਕ ਹੋ ਸਕਦਾ ਜੀ ਉਹਨਾਂ ਦੀ ਨਜ਼ਰ ਦੇ ਵਿੱਚ ਸੰਤ ਭਿੰਡਰਾਂਵਾਲੇ ਜਾਂ ਉਹ 300-400 ਜਿਹੜਾ ਬੰਦਾ ਉਹ ਲਿਖ ਰਹੇ ਨੇ ਵੀ ਅੰਦਰ ਸੀ, ਤੇ ਉਹਨਾਂ ਨੂੰ ਸਬਕ ਸਿਖਾਉਣਾ ਸੀ।
ਤਾਂ ਫਿਰ ਕੋਈ ਹੋਰ ਦਿਨ ਵੀ ਚੁਣਿਆ ਜਾ ਸਕਦਾ ਸੀ ਤੇ ਇਹ ਹਮਲੇ ਨੂੰ ਟਾਲਿਆ ਜਾ ਸਕਦਾ ਸੀ। ਪਰ ਉਹਨਾਂ ਦੀ ਮਨਸ਼ਾ ਹੀ ਇੱਥੇ ਸਾਫ਼ ਹੋ ਜਾਂਦੀ ਹੈ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਤਾਂ ਉਹਦੇ ਵਿੱਚ ਸਿੱਖ ਸਿਰਫ ਉਹ ਨਹੀਂ ਜਿਹੜੇ ਅੰਦਰ ਹੈ, ਉਹ ਵੀ ਸਿੱਖ ਜਿਹੜੇ ਸ਼ਰਧਾਲੂ ਬਣ ਕੇ ਉਦੋਂ ਮੱਥਾ ਟੇਕਣ ਜਾਂਦੇ। ਅੱਜ ਵੀ ਤੁਸੀਂ ਦੇਖੋਗੇ ਜੀ ਦਰਬਾਰ ਸਾਹਿਬ ਦੇ ਵਿੱਚ ਆਪਣੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜਦੋਂ ਆਉਂਦਾ ਹੈ ਤਾਂ ਸੰਗਤਾਂ ਦਾ ਜਿਹੜਾ ਇਕੱਠ ਹੁੰਦਾ ਹੈ ਉਹਦੀ ਕੋਈ ਗਿਣਤੀ ਨਹੀਂ ਹੁੰਦੀ। ਸੋ ਐਸਾ ਦਿਨ ਚੁਣਨਾ ਇਹ ਸਰਕਾਰ ਦੀ ਜਿਹੜੀ ਮਨਸ਼ਾ ਸੀ ਉਹਦੇ 'ਤੇ ਬਿਲਕੁਲ ਸਵਾਲ ਜਿਹੜਾ ਹੈ ਉਹ ਉੱਠਦਾ ਹੈ। ਅਤੇ ਉਹ ਕਹਿੰਦੇ ਨੇ ਵੀ ਸਾਨੂੰ ਹੇਠ ਦਿੱਤੀਆਂ ਹਦਾਇਤਾਂ ਦਿੱਤੀਆਂ ਗਈਆਂ। ਫੌਜ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਫਿਰ ਪਹਿਲੇ ਦਿਨ ਦੀ ਜਿਹੜੀ ਗੱਲ ਹੈ ਉਹ ਆਪਾਂ ਗੱਲ ਕਰਕੇ ਜਿਹੜੀ ਇਹ ਵੀਡੀਓ ਆਪਾਂ ਸਮਾਪਤ ਕਰਾਂਗੇ ਅਤੇ ਫਿਰ ਅਸੀਂ ਨੈਕਸਟ ਵੀਡੀਓ ਦੇ ਵਿੱਚ ਦੂਜੇ ਦਿਨ ਦੀ ਜਿਹੜੀ ਸਾਰਾ ਉੱਥੇ ਦਾ ਮਾਹੌਲ ਸੀ ਉਹਦੇ ਬਾਰੇ ਗੱਲ ਕਰਾਂਗੇ। ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਵੀ ਉਹ ਲਿਖਦੇ ਨੇ ਵੱਧ ਤੋਂ ਵੱਧ ਫੌਜੀ ਬਲ ਪ੍ਰਯੋਗ ਕਰਨਾ, ਕਿਸੇ ਵੀ ਯਾਤਰੂ ਨੂੰ ਬਾਹਰ ਨਹੀਂ ਆਉਣ ਦੇਣਾ। ਕੋਈ ਵੀ ਯਾਤਰੂ ਹੋਵੇ, ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਕੋਈ ਵੀ ਹੈ, ਉਹ ਉੱਥੋਂ ਬਾਹਰ ਨਹੀਂ ਆਉਣਾ ਚਾਹੀਦਾ। ਯਾਤਰੂਆਂ ਨੂੰ ਗੋਲੀ ਨਾ ਮਾਰੀ ਜਾਵੇ, ਪਿਆਸਾ ਰੱਖਿਆ ਜਾਵੇ। ਇਹ ਰੱਖਿਆ ਗਿਆ ਵੀ ਉਹਨੂੰ ਪਿਆਸਾ ਰੱਖਿਆ ਜਾਵੇ, ਗੋਲੀ ਨਾ ਮਾਰੀ ਜਾਵੇ। ਕੋਈ ਵੀ ਫੌਜੀ ਜਵਾਨ ਬੇਝਿਜਕ ਬੇਕਿਰਕ ਹੋ ਕੇ ਇਮਾਰਤ ਦੇ ਕਿਸੇ ਵੀ ਪਾਸੇ ਹਮਲਾ ਕਰ ਸਕਦਾ ਹੈ, ਚਾਹੇ ਉਹ ਹਰਿਮੰਦਰ ਸਾਹਿਬ ਹੀ ਕਿਉਂ ਨਾ ਹੋਵੇ। ਅੱਗੇ ਉਹ ਲਿਖਦੇ ਨੇ ਕਿਸੇ ਵੀ ਫੌਜੀ ਜਵਾਨ ਦਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਵੇਗਾ। ਤਾਂ ਜਾਣੀ ਕਿ ਪੂਰੀ ਉਹਨਾਂ ਨੂੰ ਖੁੱਲ੍ਹ ਹੈ, ਕੁਛ ਵੀ ਕਰ ਸਕਦੇ, ਉਹਨਾਂ ਦਾ ਕੋਈ ਕੋਰਟ ਮਾਰਸ਼ਲ ਨਹੀਂ ਕੀਤਾ ਜਾਏਗਾ। ਕੋਈ ਵੀ ਹਥਿਆਰਬੰਦ ਲਾਸ਼ ਹੋਵੇ, ਪਹਿਲਾਂ ਉਸ ਲਾਸ਼ ਉੱਤੇ 2 ਗੋਲੀਆਂ ਮਾਰੀਆਂ ਜਾਣ, ਫਿਰ ਉਸ ਲਾਸ਼ ਦੇ ਕੋਲ ਜਾਇਆ ਜਾਵੇ। ਪਹਿਲੇ 2 ਘੰਟਿਆਂ ਵਿੱਚ ਫੌਜ ਸਾਰੇ ਅਕਾਲ ਤਖਤ ਸਾਹਿਬ ਨੂੰ ਘੇਰ ਲਵੇਗੀ, ਅਗਲੇ 5 ਘੰਟਿਆਂ ਵਿੱਚ ਸਾਰੇ ਅਕਾਲ ਤਖਤ ਸਾਹਿਬ 'ਤੇ ਕਬਜ਼ਾ ਕਰ ਲਵੇਗੀ। ਭਿੰਡਰਾਂਵਾਲੇ ਨੂੰ ਜਿਉਂਦਾ ਫੜ ਕੇ ਸਪੈਸ਼ਲ ਜਹਾਜ਼ ਰਾਹੀਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਕੋਲ ਪੇਸ਼ ਕੀਤਾ ਜਾਵੇ। ਅਗਰ ਕੋਈ ਖਾੜਕੂ ਕਾਨੂੰਨ ਦੀ ਸ਼ਰਨ ਵਿੱਚ ਆਉਣਾ ਚਾਹੇ ਤਾਂ ਉਸ ਨੂੰ ਜ਼ਖਮੀ ਕਰਕੇ ਗ੍ਰਿਫਤਾਰ ਕੀਤਾ ਜਾਏ। ਅਗਰ ਕੋਈ ਜਵਾਨ ਕਿਸੇ ਔਰਤ ਦੀ ਬੇਇੱਜ਼ਤੀ ਕਰ ਦੇਵੇ ਤਾਂ ਕੋਈ ਸਜ਼ਾ ਨਾ ਦਿੱਤੀ ਜਾਵੇ। ਸੋ ਇਹ ਉਹਨਾਂ ਨੂੰ ਹਦਾਇਤਾਂ ਜਿਹੜੀ ਫੌਜ ਨੂੰ ਦਿੱਤੀਆਂ ਗਈਆਂ। ਅਤੇ ਉਹ ਫਿਰ ਉਹਦੇ ਬਾਅਦ ਉਹ ਸਾਰਾ ਦੱਸਦਾ ਵੀ ਕਿੰਨੀ ਫੌਜ ਸੀ ਅਤੇ ਜਿਹੜੀ ਉਹਨਾਂ ਨੂੰ CID ਮਿਲੀ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਅੰਦਰ ਕਿਹੋ ਜਿਹੀ ਤਿਆਰੀ ਹੈ। ਕਿਉਂਕਿ ਹੁਣ ਸਰਕਾਰ ਨਾਲ ਪੂਰਾ ਅੰਦਰ ਆਪਣੇ ਜਿਹੜੇ ਹੈਗੇ ਆ ਗੁਪਤਚਰ ਛੱਡ ਕੇ ਸਾਰੀ ਅੰਦਰ ਦੀ ਜਿਹੜੀ ਹੈ, ਕਿਉਂਕਿ ਅੰਦਰ ਜਾਣ ਦਾ ਕਿੰਨੇ ਸ਼ਰਧਾਲੂ ਜਾ ਰਹੇ ਸੀ, ਆਉਣਾ ਜਾਣਾ ਦਾ ਕਿਸੇ ਦਾ ਬੰਦ ਨਹੀਂ ਸੀ। ਉਹ ਕਹਿੰਦਾ ਵੀ ਸਾਨੂੰ CID ਨੇ ਜੋ ਦੱਸਿਆ ਕਿ ਭਿੰਡਰਾਂਵਾਲਿਆਂ ਕੋਲ ਜ਼ਿਆਦਾ ਕਰਕੇ ਦੇਸੀ ਰਾਈਫਲਾਂ ਹਨ, ਤਕਰੀਬਨ 300 ਤੋਂ 500 ਬੰਦੇ ਹਨ ਉਸ ਦੇ ਨਾਲ, ਅਤੇ 10 ਕੁ ਮੋਰਚੇ ਮਿੱਟੀ ਦੀਆਂ ਬੋਰੀਆਂ ਭਰ ਕੇ ਬਣਾਏ ਹੋਏ ਹਨ। ਇਸ ਤਰ੍ਹਾਂ ਸਾਨੂੰ CID ਮਿਲਦੀ ਰਹੀ ਅਤੇ ਅਸੀਂ ਲਗਾਤਾਰ ਦਿੱਲੀ ਨਾਲ ਜੁੜੇ ਰਹੇ। ਸੋ ਇਹ ਸਾਰਾ ਵਰਤਾਰਾ ਉਹ ਜਿਹੜਾ ਜੂਨ 1 ਜੂਨ ਤੋਂ ਪਹਿਲਾਂ ਦਾ ਉਹ ਦੱਸਦਾ ਹੈ। ਅਤੇ 1 ਜੂਨ ਦਾ ਜਿਹੜਾ ਦਿਨ ਹੈ ਉਹ ਆ ਜਾਂਦਾ ਹੈ ਅਤੇ 1 ਜੂਨ ਦੀ ਜਿਹੜੀ ਉਹ ਗੱਲ ਕਰਦਾ ਆਪਣੀ ਕਿਤਾਬ ਦੇ ਵਿੱਚ, ਉਹ ਲਿਖਦਾ ਵੀ 1 ਜੂਨ ਨੂੰ ਸਵੇਰ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਮੀਟਿੰਗਾਂ ਚੱਲਦੀਆਂ ਹਨ। ਅਸੀਂ ਅੰਦਰਲੀ ਸਾਰੀ ਜਾਣਕਾਰੀ ਫੌਜਾਂ ਦੇ ਮੁਖੀ ਵੈਦਿਆ ਜੀ ਨੂੰ ਦੱਸਦੇ ਰਹੇ ਅਤੇ ਸ਼ਾਮ ਤੱਕ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਸੰਤ ਭਿੰਡਰਾਂਵਾਲਾ ਜਿਹੜੀਆਂ ਦੇਸੀ ਰਾਈਫਲਾਂ ਅਤੇ ਵੱਡੇ ਮੂੰਹਾਂ ਵਾਲੀਆਂ ਰਫਲਾਂ ਰੱਖੀ ਬੈਠਾ ਹੈ, ਜੇਕਰ ਸਾਡੀ ਫੌਜ ਅੱਜ ਰਾਤ ਨੂੰ 11 ਵਜੇ ਹਮਲਾ ਕਰੇ ਤਾਂ ਸਵੇਰ ਦੇ 4 ਜਾਂ 5 ਵਜੇ ਤੱਕ ਉਸ ਨੂੰ ਫੜ ਲਵੇਗੀ ਅਤੇ ਭਿੰਡਰਾਂਵਾਲੇ ਨੂੰ 2 ਜੂਨ ਦੁਪਹਿਰ ਦੇ 1 ਵਜੇ ਤੱਕ ਦਿੱਲੀ ਪਹੁੰਚਾ ਦੇਵੇਗੀ। ਇਹ ਉਹਨਾਂ ਦੀਆਂ ਜਿਹੜੀ ਪਹਿਲੀ ਰਣਨੀਤੀ ਉਹ ਲਿਖਦੇ ਨੇ ਅਤੇ ਕਹਿੰਦੇ ਅਸੀਂ ਇਹ ਸਾਰੀ ਸਕੀਮ ਬਣਾ ਕੇ ਜਨਰਲ ਵੈਦਿਆ ਜੀ ਤੋਂ ਹਰੀ ਝੰਡੀ ਲੈਣ ਵਾਸਤੇ ਉਹਨਾਂ ਨੂੰ ਪਹੁੰਚਾ ਦਿੱਤੀ ਅਤੇ ਅੱਧੇ ਘੰਟੇ ਵਿੱਚ ਜਵਾਬ ਹਾਂ ਵਿੱਚ ਆ ਗਿਆ। ਇਸ ਤਰ੍ਹਾਂ ਸਾਡੇ ਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਘਰਾਂ ਉੱਤੇ ਸਖਤ ਮੋਰਚਾ ਬੰਦੀ ਕਰ ਲਈ ਤਾਂ ਕਿ ਖਾੜਕੂ ਕਿਸੇ ਪਾਸੇ ਬਚ ਕੇ ਨਾ ਨਿਕਲ ਜਾਣ, ਅਤੇ ਰਾਤ ਹੋਣ ਦੀ ਉਡੀਕ ਹੋਣ ਲੱਗੀ। ਰਾਤ ਨੂੰ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ 11 ਵਜੇ ਪੂਰੇ 2200 ਜਵਾਨਾਂ ਨੂੰ ਮੇਨ ਦਰਵਾਜ਼ੇ ਰਾਹੀਂ ਅੰਦਰ ਦਾਖਲ ਕਰਵਾਇਆ ਗਿਆ ਅਤੇ 1700 ਜਵਾਨਾਂ ਨੂੰ ਫਾਇਰਿੰਗ ਦਾ ਕਵਚ ਬਣਾ ਕੇ ਮਗਰ ਲਾਇਆ ਗਿਆ ਤਾਂ ਜੋ ਇਹ ਜਵਾਨ ਸਮੂਹ ਬਿਲਡਿੰਗਾਂ 'ਤੇ ਲਗਾਤਾਰ ਫਾਇਰਿੰਗ ਕਰਦੇ ਰਹੇ। ਅਤੇ 2200 ਫੌਜੀ ਜਵਾਨ ਅਤੇ 2200 ਫੌਜੀ ਜਵਾਨ ਸਮੂਹ ਬਿਲਡਿੰਗ ਦੇ ਹੇਠਲੇ ਪੱਧਰ ਦੇ ਅੰਦਰ ਦਾਖਲ ਹੋ ਜਾਵੇਗਾ। ਉਸ ਤੋਂ ਬਾਅਦ 10,000 ਜਵਾਨ ਅੰਦਰ ਭੇਜੇ ਜਾਣਗੇ ਤਾਂ ਜੋ ਉੱਪਰਲੀਆਂ ਬਿਲਡਿੰਗਾਂ 'ਤੇ ਕਬਜ਼ਾ ਕਰ ਸਕਣ। ਪਰ ਐਨ ਮੌਕੇ 'ਤੇ ਆ ਕੇ ਦਿੱਲੀ ਗੌਰਮੈਂਟ ਵੱਲੋਂ 24 ਘੰਟੇ ਲੇਟ ਪਾ ਦਿੱਤਾ ਗਿਆ।
ਸੋ ਇਹ ਸੀ ਪਹਿਲੇ ਦਿਨ ਦੀ ਜਿਹੜੀ ਫੌਜ ਦੀ ਜਿਹੜੀ ਸਾਰੀ ਆਪਣੀ ਉਹਨਾਂ ਦੀ ਰਣਨੀਤੀ ਸੀ, ਜਿਹੜੀ ਉਹਨਾਂ ਨੇ ਐਨ ਮੌਕੇ ਤੇ ਆ ਕੇ ਸਰਕਾਰ ਦੇ ਕਹਿਣ ਤੇ ਜਿਹੜੀ ਉਹ ਰੋਕ ਲਈ ਗਈ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਪਹਿਲੀ ਤਰੀਕ ਦਾ ਜੂਨ 1984 ਦੀ ਪਹਿਲੀ ਤਰੀਕ ਦਾ ਜਿਹੜਾ ਸਾਰਾ ਦਿਨ ਦਾ ਇੱਕ ਰਣਨੀਤੀ ਸੀ ਫੌਜ ਦੀ, ਇਹੋ ਜਿਹਾ ਮਾਹੌਲ ਸੀ। ਤੇ ਉਧਰ ਸਿੰਘ ਜਿਹੜੇ ਸੀ ਉਹ ਵੀ ਬੇਸਬਰੀ ਨਾਲ ਇਹੀ ਦੇਖ ਰਹੇ ਸੀ ਵੀ ਕਦੋਂ ਤੱਕ ਕਿਹੜੀ ਕਾਰਵਾਈ ਹੁੰਦੀ ਹੈ ਤੇ ਅਸੀਂ ਜਵਾਬ ਦਈਏ, ਕਿਉਂਕਿ ਸਿੰਘਾਂ ਦੇ ਹੌਸਲੇ ਬੜੇ ਬੁਲੰਦ ਸੀ। ਜਿੱਦਾਂ ਅਸੀਂ ਆਪਣੇ ਸਰੋਤਾਂ ਦੇ ਵਿੱਚ ਪੜ੍ਹਦੇ ਹਾਂ, ਈਵਨ ਕਿ ਉਹਨਾਂ ਨੂੰ ਪਤਾ ਸੀ ਵੀ ਕਿੱਡੀ ਵੱਡੀ ਫੌਜ ਆ ਸਾਹਮਣੇ। ਅਸੀਂ ਹੁਣ 2 ਜੂਨ ਦੀ ਜਿਹੜੀ ਇਹ ਗੱਲ ਹੈ ਕਿਵੇਂ ਦਾ ਰਿਹਾ ਕਿਵੇਂ ਦੀ ਫੌਜ ਦੀ ਕਾਰਵਾਈ ਰਹੀ ਤੇ ਕਿਵੇਂ ਸਿੰਘਾਂ ਦੀ ਜਿਹੜੀ ਕਾਰਵਾਈ ਰਹੀ, ਕੱਲ੍ਹ ਦੀ ਜਿਹੜੀ ਵੀਡੀਓ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਕਰਾਂਗੇ। ਸੋ ਜੇ ਤੁਹਾਨੂੰ ਕੋਈ ਇਸ ਵਿੱਚ ਲੱਗਦਾ ਵੀ ਇਹ ਤੱਥ ਗਲਤ ਸੀ ਜਾਂ ਇਹਨੂੰ ਇਸ ਤਰ੍ਹਾਂ ਦੁਰਸਤ ਕੀਤਾ ਜਾ ਸਕਦਾ, ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ, ਜਾਂ ਕੁਛ ਨਵੀਂ ਐਡੀਸ਼ਨ ਹੋ ਸਕਦੀ ਹੈ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ, ਤਾਂ ਜੋ ਜਿਹੜੀ ਸਾਡੇ ਕੋਲ ਜਾਣਕਾਰੀ ਰਹਿ ਗਈ ਹੈ ਤਾਂ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਪੜ੍ਹ ਕੇ ਜਿਹੜੇ ਬਾਕੀ ਸਾਡੇ ਸਰੋਤੇ ਨੇ ਉਹ ਜਿਹੜੇ ਹੈ ਉਹਨਾਂ ਨੂੰ ਇਹ ਸਹੀ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ। ਸੋ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਕੀ ਬਾਣੀ ਨਾਲ ਸਾਂਝ ਪਾਉਣ ਲਈ ਗੁਰੂ ਨਾਨਕ ਦੇ ਰਾਹ ਦੇ ਪਾਂਦੀ ਬਣੋ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਵਿਜ਼ਨ 1469 ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।